ਬੇਨਤੀਆਂ ਗੁਰੂ ਚਰਨਾਂ ਨਾਲ ਜੋੜਦੇ ਹੋਏ ਗੁਰੂ ਚਰਨਾਂ ਵਿਖੇ ਲਵਾਈਏ ਹਾਜ਼ਰੀਆਂ। ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੀਏ ਬੁਲੰਦ, ਉਪਰੰਤ ਬਾਣੀ ਦੀ ਵਿਚਾਰ ਨਾਲ ਜੁੜਨਾ ਕਰਾਂਗੇ। ਗੱਜ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਮਾਇਆ ਮੋਹਿ ਹਰ ਚੇਤੈ ਨਾਹੀ, ਜੰਪੁਰ ਬੱਧਾ ਦੁਖ ਸਹਾਹੀ। ਅੰਨਾ ਬੋਲਾ ਕਿਛ ਨਦਰ ਨਾ ਆਵੈ, ਮਨ ਮੁਖ ਪਾਪ ਪਚਾਵਨਿਆ। ਇਕ ਰੰਗ ਰਾਤੇ ਜੋ ਤੁਧ ਆਪ ਲਿਵ ਲਾਏ, ਭਾਏ ਭਗਤ ਤੇਰੇ ਮਨ ਪਾਏ। ਸਤਿਗੁਰ ਸੇਵਨ ਸਦਾ ਸੁਖ ਦਾਤਾ, ਸਭ ਇੱਛਾ ਆਪ ਪੁਜਾਵਣਿਆ। ਸਤਿਗੁਰ ਸੇਵਨ ਸਦਾ ਸੁਖ ਦਾਤਾ, ਸਭ ਇੱਛਾ ਆਪ ਪੁਜਾਵਨਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੇ, ਗੁਰੂ ਸਵਾਰੇ, ਸਤਸੰਗੀ ਜਨੋ, ਰੋਜ਼ਾਨਾ ਦੀ ਤਰ੍ਹਾਂ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ਼ ਦਾ ਸਦਕਾ ਆਪ ਜੀ ਨੇ ਲੜੀਵਾਰ ਸ਼ਬਦ ਦਾ ਪਾਠ ਸਰਵਣ ਕੀਤਾ। ਇਸ ਪਵਿੱਤਰ ਬਚਨ ਰਾਹੀਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਬਖਸ਼ਿਸ਼ ਕਰਦੇ ਹਨ, ਜੋ ਕਿ ਤੀਸਰੇ ਪਾਤਸ਼ਾਹ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ੍ਰੀ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਗ 111 ਉੱਪਰ ਸੁਭਾਏਮਾਨ ਹੈ। ਪਿਛਲੇ ਪਦਿਆਂ ਵਿੱਚ ਆਪਾਂ ਸਰਵਣ ਕਰ ਰਹੇ ਸੀ ਕਿ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜੋ ਹੈ ਸਾਰੀ ਸ੍ਰਿਸ਼ਟੀ ਵਿੱਚ ਇੱਕ ਤੋਂ ਅਨੇਕਾਂ ਹੋਏ ਫੈਲਿਆ ਹੋਇਆ, ਇੱਕੋ ਆਪ ਫਿਰੇ ਪਰਛੰਨਾ। ਪਰਛੰਨਾ ਭਾਵ ਸਾਰਿਆਂ ਵਿੱਚ ਗੁਪਤ ਰੂਪ 'ਚ। ਪਰਿਪੂਰਨ ਪਰਮੇਸ਼ਰ ਪਰਮਾਤਮਾ ਸਾਰੀ ਸ੍ਰਿਸ਼ਟੀ ਵਿੱਚ ਘਟ ਘਟ ਮੈਂ ਹਰਜੂ ਵਸੈ ਦੇ ਮਹਾ ਵਾਕ ਅਨੁਸਾਰ ਕਣ ਕਣ ਦੇ ਵਿੱਚ ਉਹ ਫੈਲਿਆ ਹੋਇਆ, ਵਸਿਆ ਹੋਇਆ। ਸਭ ਨੂੰ ਦਿਸਦਾ ਨਹੀਂ, ਜਿਨ੍ਹਾਂ ਨੂੰ ਦਿਸਿਆ ਕਿਹਨਾਂ ਨੂੰ, ਜਿਨ੍ਹਾਂ ਨੇ ਗੁਰੂ ਨੂੰ ਪੁੱਛਿਆ। ਗੁਰਮੁਖ ਵੇਖਾਂ ਤਾਂ ਇਹ ਮਨ ਭਿੰਨਾ, ਜਦ ਗੁਰੂ ਨੇ ਕਿਰਪਾ ਕੀਤੀ ਗੁਰਮੁਖ ਬਣੇ, ਗੁਰੂ ਨੂੰ ਪੁੱਛਿਆ ਤਾਂ ਪਤਾ ਲੱਗਿਆ ਵੀ ਐਦਾਂ ਸਮਾਇਆ ਹੋਇਆ। ਉਹ ਪਰਮੇਸ਼ਰ ਕੀੜੀ ਵਿੱਚ ਵੀ ਹੈ ਅਤੇ ਹਾਥੀ ਵਿੱਚ ਵੀ ਹੈ। ਆਕਾਰ ਨਾਲ ਉਹਨੂੰ ਕੋਈ ਫਰਕ ਨਹੀਂ ਪੈਂਦਾ ਗਾ। 84 ਲੱਖ ਜੂਨ ਨੂੰ ਬਣਾ ਕਰਕੇ ਸਭ ਨੂੰ ਆਪਣੇ ਹੁਕਮ ਅੰਦਰ ਚਲਾ ਰਿਹਾ ਹੈ, ਸਭ ਨੂੰ ਪਾਲ ਰਿਹਾ ਹੈ, ਸਭ ਨੂੰ ਪੈਦਾ ਕਰਦਾ ਅਤੇ ਸਭ ਨੂੰ ਮਾਰਨ ਵਾਲਾ ਵੀ ਉਹੀ ਹੈ। ਨਮੋ ਸਰਬ ਕਾਲੇ, ਨਮੋ ਸਰਬ ਪਾਲੇ, ਨਮੋ ਸਰਬ ਕਰਤਾ, ਨਮੋ ਸਰਬ ਹਰਤਾ, ਨਮੋ ਜੋਗ ਜੋਗੇ, ਨਮੋ ਭੋਗ ਭੋਗੇ। ਇੱਦਾਂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਖਸ਼ਿਸ਼ ਕੀਤਾ ਜਾਪ ਸਾਹਿਬ ਰਾਹੀਂ। ਤਾਂ ਉਹ ਪਰਿਪੂਰਨ ਪਰਮੇਸ਼ਰ ਪਰਮਾਤਮਾ ਜਿਨ੍ਹਾਂ 'ਤੇ ਗੁਰੂ ਦੀ ਕਿਰਪਾ ਹੋਈ, ਉਹਨਾਂ ਨੂੰ ਸਮਝ ਆਈ ਵੀ ਪਰਮੇਸ਼ਰ ਕਿਸ ਤਰ੍ਹਾਂ ਹੈ। ਜਿਹਨੂੰ ਸਮਝ ਆਈ ਉਹਨਾਂ ਨੇ ਤ੍ਰਿਸ਼ਨਾ ਤਜ ਸਹਿਜ ਸੁਖ ਪਾਇਆ। ਉਹਨਾਂ ਦੀ ਆਸ਼ਾ ਤ੍ਰਿਸ਼ਨਾ ਖਤਮ ਹੋ ਗਈ, ਉਹ ਸਹਿਜ ਅਵਸਥਾ ਵਿੱਚ ਚਲੇ ਗਏ। ਏਕੋ ਮਨ ਵਸਾਵਨਿਆ, ਉਹਨਾਂ ਦੇ ਹਿਰਦੇ ਵਿੱਚ ਉਹ ਆ ਕੇ ਵਸ ਗਿਆ। ਤੋ ਆਪਾਂ ਪਹਿਲੇ 4 ਪਦੇ ਸਰਵਣ ਕੀਤੇ ਸੀ। ਚੌਥੇ ਪਦੇ ਵਿੱਚ ਪਾਤਸ਼ਾਹ ਕਹਿ ਰਹੇ ਸੀ ਇੱਕ ਉਹ ਵੀ ਹੈ, ਮਾਇਆ ਮੋਹਿ ਹਰ ਚੇਤੈ ਨਾਹੀ। ਜਿਹੜੀ ਮਾਇਆ ਦੇ ਮੋਹ ਵਿੱਚ ਫਸੇ ਹੋਏ ਰੱਬ ਨੂੰ ਯਾਦ ਹੀ ਨਹੀਂ ਕਰਦੇ, ਜਿਨ੍ਹਾਂ ਦੇ ਮੌਤ ਵੀ ਯਾਦ ਨਹੀਂ, ਜਿਨ੍ਹਾਂ ਦਾ ਇਹ ਖਿਆਲ ਹੈ ਕਿ ਅਸੀਂ ਤਾਂ ਮਰਦੇ ਹੀ ਨਹੀਂ, ਸਾਨੂੰ ਕੌਣ ਜੰਮਿਆ ਮਾਰਨ ਵਾਲਾ। ਹਰਨਾਕਸ਼ ਵੀ ਕਹਿੰਦਾ ਸੀ
ਰਾਵਣ ਵੀ ਕਹਿੰਦਾ ਹੋਣਾ ਹੈ। ਤਾਂ ਇਸੇ ਤਰ੍ਹਾਂ ਮਾਤ ਲੋਕ ਦੇ ਵਿੱਚ ਵੱਡੇ ਵੱਡੇ ਹੋਏ ਜਿਨ੍ਹਾਂ ਨੇ ਸੋਚਿਆ ਕਿ ਅਸੀਂ ਮਰਦੇ ਨਹੀਂ, ਪਰਮੇਸ਼ਰ ਨੂੰ ਯਾਦ ਨਹੀਂ ਕੀਤਾ, ਅਖੀਰ ਉਹ ਬੰਨੇ ਚਲੇ ਗਏ। ਔਰੰਗਜ਼ੇਬ ਵਰਗੇ ਵੀ ਕਹਿੰਦੇ ਸੀ, ਆ ਵਰਤਮਾਨ ਦੇ ਰਾਜੇ ਵੀ ਕਹਿੰਦੇ ਸੀ ਵੀ ਸਾਡੀ ਚੱਲਦੀ ਹੈ, ਸਾਨੂੰ ਕਿਹੜਾ ਮਾਰ ਸਕਦਾ। ਪਰ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਜਦੋਂ ਮੌਤ ਆਉਂਦੀ ਹੈ ਤੇ ਵਿੱਚੋਂ ਪੈਦਾ ਹੋ ਜਾਂਦੀ ਹੈ। ਜਾਂ ਸਿਕਦਾਰੈ ਪਵੈ ਜੰਜੀਰੀ, ਚਾਕਰ ਹੱਥੋਂ ਮਰਨਾ। ਰਾਜੇ ਕਹਿੰਦੇ ਆ ਸਾਨੂੰ ਕੌਣ ਮਾਰੂਗਾ, ਸਾਡੀ ਇੰਨੀ ਸੇਫਟੀ ਹੈ, ਇੰਨੀ ਆਸੇ ਪਾਸੇ ਸਾਡੀ ਸਿਕਿਉਰਿਟੀ ਹੈ, ਸਾਡੇ ਕੋਲ ਕਿਹੜਾ ਪਹੁੰਚ ਸਕਦਾ। ਉਹ ਜਹਾਂਗੀਰ ਦੇ ਕੋਲ ਵੀ ਪਹੁੰਚ ਗਏ ਸੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਤੋਂ ਬੁਲਾਇਆ ਨਹੀਂ ਸੀ ਵਾਪਸ 40 ਦਿਨਾਂ ਬਾਅਦ, ਔਰ ਆ ਵਰਤਮਾਨ ਦੇ ਰਾਜੇ ਇਹ ਵੀ ਕਹਿੰਦੇ ਸੀ ਇਹਨਾਂ ਦੇ ਕੋਲ ਵੀ ਪਹੁੰਚ ਗਏ। ਇਹ ਬਚਨ ਸੱਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਲਯੁਗ ਦੇ ਨਾਲ ਗੱਲਬਾਤ ਕਰਦਿਆਂ ਉਚਾਰਿਆ ਸੀਗਾ ਕਿ ਜਦੋਂ ਇਹਨਾਂ ਰਾਜਿਆਂ ਨੂੰ ਬੇੜੀਆਂ ਸੰਗਲੀਆਂ ਪੈਂਦੀਆਂ ਉਦੋਂ ਨੌਕਰ ਹੀ ਪਾਉਂਦੇ ਆ। ਠੀਕ ਹੈ, ਤੂੰ ਪਰਮੇਸ਼ਰ ਦਾ ਰਾਜਾ ਹੋਏਗਾ, ਮੈਂ ਪਰਮੇਸ਼ਰ ਦਾ ਨੌਕਰ ਹਾਂ, ਪਰ ਤੈਨੂੰ ਸੰਗਲੀ ਅਸੀਂ ਪਾਵਾਂਗੇ, ਜਿਵੇਂ ਹਰਗੋਬਿੰਦ ਸਾਹਿਬ ਜੀ ਨੇ ਚੰਦੂ ਨੂੰ ਪਾਈ। ਜਾਂ ਸਿਕਦਾਰੈ ਪਵੈ ਜੰਜੀਰੀ, ਚਾਕਰ ਹੱਥੋਂ ਮਰਨਾ। ਜਦੋਂ ਇਹਨਾਂ ਰਾਜਿਆਂ ਦੀ ਮੌਤ ਆਉਂਦੀ ਹੈ ਨੌਕਰਾਂ ਤੋਂ ਮਰਦੇ। ਪਾਤਸ਼ਾਹ ਜੀ ਕਹਿੰਦੇ ਮਾਇਆ ਮੋਹੇ ਹਰ ਚੇਤੈ ਨਾਹੀ। ਇਹਨਾਂ ਨੂੰ ਰੱਬ ਯਾਦ ਨਹੀਂ, ਲੋਕਾਂ ਨੂੰ ਜਿਨ੍ਹਾਂ ਨੂੰ ਰੱਬ ਯਾਦ ਨਹੀਂ। ਜੰਪੁਰ ਬੱਧਾ ਦੁੱਖ ਸਹਾਈ, ਉਹ ਚੰਦੂ ਦੀ ਨਿਆਈ ਫਿਰ ਜਮਾਂ ਦੀ ਪੁਰੀ ਨੂੰ ਬੰਨੇ ਹੋਏ ਜਾਂਦੇ ਆ। ਜਿਸ ਵੇਲੇ ਹਰਗੋਬਿੰਦ ਸਾਹਿਬ ਜੀ ਨੇ ਗੁਰਤਾ ਗੱਦੀ ਵਾਲੇ ਦਿਨ ਅਕਾਲ ਤਖਤ ਸਾਹਿਬ ਤੇ ਅਕਾਲ ਬੁੰਗੇ ਤੇ ਬੈਠ ਕੇ ਗੁਰਤਾ ਗੱਦੀ ਦਾ ਤਿਲਕ ਪ੍ਰਾਪਤ ਕੀਤਾ, ਤੇ ਉਸ ਵੇਲੇ ਹੀ ਉਹਨਾਂ ਨੇ ਇੱਕ ਬਚਨ ਉਚਾਰਿਆ ਕਿ ਜਿੰਨਾ ਚਿਰ ਮੈਂ ਚੰਦੂ ਨੂੰ ਨੱਥ ਨਹੀਂ ਮਾਰ ਲੈਂਦਾ ਉਹਨਾਂ ਚਿਰ ਟੇਕੇ ਨਹੀਂ ਬੈਠੂੰਗਾ। ਐਡਾ ਵੱਡਾ ਬਚਨ ਕਹਿਤਾ। ਗੁਰੂ ਵਾਸਤੇ ਕੁਛ ਵੀ ਨਹੀਂ। ਵੈਸੇ ਆਮ ਜਨਤਾ ਨੂੰ, ਸਿੱਖਾਂ ਨੂੰ ਜਾਂ ਮਸੰਦਾਂ ਨੂੰ ਲੱਗਿਆ ਵੀ ਹੈ ਐਂ ਹੋ ਜਾਊਗਾ। ਚੰਦੂ ਤਾਂ ਜਹਾਂਗੀਰ ਦਾ ਵੱਡਾ ਮੰਤਰੀ ਹੈ, ਵੱਡਾ ਵਜ਼ੀਰ ਹੈ। ਉੱਥੋਂ ਤਾਂ ਗੁਰੂ ਹਰਗੋਬਿੰਦ ਸਾਹਿਬ ਕਿਵੇਂ ਪਹੁੰਚਣਗੇ? ਤੇ ਪਹੁੰਚ ਗਏ। ਫਿਰ ਹਿਸਾਬ ਲਾ ਲਓ, ਆਪੇ ਹੀ ਸੱਦ ਲਿਆ ਅਗਲਿਆਂ ਨੇ। ਔਰ ਵਾਕਿਆ ਹੀ ਚੰਦੂ ਦੇ ਨੱਥ ਮਾਰ ਕੇ ਉਹਨੂੰ ਉਹਦੇ ਕੀਤੇ ਕੁਕਰਮਾਂ ਦੀ ਸਜ਼ਾ ਦਿੰਦੇ ਹੋਏ ਧੰਨ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿੱਲੀ ਤੋਂ ਫੜ ਕੇ ਦਿੱਲੀ, ਆਗਰਾ, ਲਾਹੌਰ, ਇਹਨਾਂ ਸਾਰੇ ਹੀ ਵੱਡੇ ਵੱਡੇ ਸ਼ਹਿਰਾਂ ਦੇ ਵਿੱਚੋਂ ਘੁਮਾਉਂਦੇ ਹੋਏ ਤੇ ਗੁਰੂ ਪਿਆਰਿਓ ਅਖੀਰ ਲਾਹੌਰ ਜਾ ਕੇ ਉਹਦੀ ਮੌਤ ਹੋਈ, ਜਿੱਥੇ ਉਹਦੀ ਕਲਰੀ ਸੀਗੀ। ਉਸੇ ਪਠਿਆਰੇ ਦੇ ਕੜਛੇ ਨਾਲ ਹੀ ਮਾਰਿਆ ਗਿਆ, ਜਿਹੜੇ ਪਠਿਆਰੇ ਤੋਂ ਗੁਰੂ ਅਰਜਨ ਦੇਵ ਜੀ ਦੇ ਸੀਸ ਵਿੱਚ ਤੱਤਾ ਰੇਤਾ ਪਵਾਇਆ ਸੀ। ਉਸੇ ਹੀ ਕੜਛੇ ਨਾਲ ਇਹਦੀ ਮੌਤ ਹੋਈ। ਖੈਰ, ਜਿਨ੍ਹਾਂ ਨੂੰ ਰੱਬ ਚੇਤੇ ਨਹੀਂ ਹੁੰਦਾ, ਕਹਿੰਦੇ ਪਾਤਸ਼ਾਹ ਜੀ ਕਹਿ ਰਹੇ ਸੀ ਮਾਇਆ ਮੋਹਿ ਹਰ ਚੇਤੈ ਨਾਹੀ। ਜਿਨ੍ਹਾਂ ਨੂੰ ਰੱਬ ਯਾਦ ਨਹੀਂ ਹੈ, ਜੰਪੁਰ ਬੱਧਾ ਦੁੱਖ ਸਹਾਈ, ਉਹ ਜਮਾਂ ਦੀ ਪੁਰੀ ਨੂੰ ਬੰਨੇ ਹੋਏ ਜਾਂਦੇ ਆ, ਦੁੱਖ ਭੋਗਦੇ ਹੋਏ, ਦੁੱਖ ਝੱਲਦੇ ਹੋਏ। ਕਿਉਂਕਿ ਇਹ ਰੱਬ ਵੱਲੋਂ ਬੋਲੇ ਹੀ ਹੁੰਦੇ ਆ। ਅੰਨਾ ਬੋਲਾ ਕਿਛ ਨਦਰ ਨ ਆਵੈ। ਇਹੋ ਜਿਹੇ ਲੋਕ ਮਾਇਆ ਧਾਰੀ ਅੰਨੇ ਬੋਲੇ ਹੁੰਦੇ ਆ, ਉਹਨਾਂ ਨੂੰ ਗਰੀਬਾਂ ਦੀਆਂ ਚੀਕਾਂ ਨਹੀਂ ਸੁਣਦੀਆਂ। ਕੰਨਾਂ ਕਰਕੇ ਬੋਲੇ ਨਹੀਂ, ਉਹ ਅਵੇਸਲੇ ਹੋ ਜਾਂਦੇ ਆ ਜਾਣ ਬੁੱਝ ਕੇ। ਉਹਨਾਂ ਨੂੰ ਆਪਣੀ ਮਾਇਆ ਦਾ ਹੀ ਖਿਆਲ ਰਹਿੰਦਾ, ਬਾਕੀ ਹੋਰ ਕਿਸੇ ਦਾ ਖਿਆਲ ਹੀ ਰਹਿੰਦਾ। ਉਹਨਾਂ ਨੂੰ ਕੋਈ ਗਰੀਬ ਦਿਸਦਾ ਹੀ ਨਹੀਂ ਸੰਸਾਰ ਦੇ ਵਿੱਚ। ਉਹਨਾਂ ਨੂੰ ਗਰੀਬਾਂ ਦੀਆਂ, ਲੋੜਵੰਦਾਂ ਦੀਆਂ, ਮਜਬੂਰ ਜਨਤਾ ਦੀਆਂ ਚੀਕਾਂ ਨਹੀਂ ਸੁਣਦੀਆਂ। ਤੇ ਫਿਰ ਜਦੋਂ ਪਰਮੇਸ਼ਰ ਦੀ ਡਾਂਗ ਚੱਲਦੀ ਹੈ ਨਾ, ਖੜਕਾ ਤਾਂ ਨਹੀਂ ਕਰਦੀ ਪਰ ਦਰਦ ਬਹੁਤ ਕਰਦੀ ਹੈ। ਕਹੋ ਸਤਨਾਮ ਸਿੰਘ। ਇਹ ਵੀ ਕਹਿ ਦਿੰਦੇ ਆ ਸਿਆਣੇ, ਜਦੋਂ ਪਰਮੇਸ਼ਰ ਦੀ ਚੱਕੀ ਪੀਂਦੀ ਹੈ ਤਾਂ ਬਰੀਕ ਬਹੁਤ ਪੀਂਦੀ ਹੈ। ਭਾਵ ਕੱਲੇ ਕੱਲੇ ਚੀਜ਼ ਦਾ ਹਿਸਾਬ ਕਿਤਾਬ ਕਰਦੀ ਹੈ। ਇੱਕ ਤਿਲ ਨਹੀਂ ਭੰਨੈ ਘਾਲੇ, ਇੱਕ ਤਿਲ ਜਿੰਨਾ ਵੀ ਹਿਸਾਬ ਕਿਤਾਬ ਪਰਮੇਸ਼ਰ ਕਿਸੇ ਦਾ ਰੱਖਦਾ ਨਹੀਂ। ਚਾਹੇ ਮਾੜੇ ਕਰਮ ਕਰ ਲਓ, ਚਾਹੇ ਚੰਗੇ ਕਰ ਲਓ। ਕਰਮੀ ਆਪੋ ਆਪਣੀ, ਕਿ ਨੇੜੇ ਕੇ ਦੂਰ, ਆਪੋ ਆਪਣੇ ਕਰਮਾਂ ਦਾ ਫਲ ਮਿਲਦਾ। ਪ੍ਰੀਤਮ ਜੀ ਕਹਿੰਦੇ
माया मोह हर चेतै नाही, जमपुर बद्धा दुख सहाही। अन्ना बोला किश नदर न आवे, मनमुख पाप पचावनिया। पापी के मारने को पाप महाबली है। भाव कोई भी दुख भोगदा है तो किसी को दोष ना देवे, ਉਹਦੇ ਆਪਣੇ ही कीते हुए कर्मां का फल है। दद्दा दोष न देओ किसै, दोष कर्मा अपने। जो मैं किया सो मैं पाया, दोष न दीजै अवर जना। मनमुख पाप पचावने, पापी के मारने को पाप महाबली है। इस करके गुरु प्यारो अज तक जिन्ने भी दुख भोगते हैं जीव, राजे महाराजे, छोटे बड़े राजे, वजीर मंत्री संतरी, वो जे दुख भोगते हैं तो अपने ही किए हुए पापां के घड़े चों भोगते हैं। उन्होंने उही कमाया। तो जदों किसी के पापां का घड़ा भर के फुटदा फिर वो उगड़ते हैं पाप ते बनते हैं कंडे। जिस तरह पाप बुरा पापी को प्यारा, पाप लदे पापे पासारा। माड़े बंदे नूं, जालम बंदे नूं, पापी बंदे नूं पाप करना बड़ा चंगा लगदा। वैसे आम जनता इनू माड़ा कहंदी आ, सतगुरु भी माड़ा कहंदे आ, पर जिहड़ा करदा उहनूं चंगा लगदा है। पाप बुरा पापी को प्यारा। जिस तरह किक्कर का बीज है ना, तुक्के दे विचों निकलदा है, उहनूं उंगल ते अंगूठे नाल मल के देखियो कितना कोमल जिहा हुंदा है। जे उहनूं बीज देईए तो फिर निकलूगा की कंडे। तो सतनाम श्री सूला ते दाखां दा बीज तुसीं उंगल नाल मल के देखो खुरदरा हुंदा है, उहनूं बीज दईए तो मिठे अंगूर लगणगे। तो पाप करन भी चंगे लगते हैं, पर जब भोगने पैंदे आ फिर पता लगता भी किवें आ। जिस तरह चंदू ने पाप किया, पंजवें पातशाह जी नूं तसीहे दे के शहीद किया, तो फिर जब उन्हां दा फल मिलिया, ਉਹ ਦਿੱਲੀ ਤੋਂ ਫੜਿਆ ਸਤਿਗੁਰਾਂ ਨੇ, ਨੱਥ ਮਾਰੀ ਭਾਈ ਜੇਠਾ ਲੰਗਾਹਾ ਹੋਰਾਂ ਨੇ ਹੱਥ 'ਚ ਫੜਿਆ। ਸਤਿਗੁਰੂ ਸ਼ਿਕਾਰ ਖੇਡਣ ਜਾਂਦੇ ਹੈ ਤੇ ਸ਼ਿਕਾਰੀ ਜਾਨਵਰ ਵੀ ਹੈ ਸਤਿਗੁਰਾਂ ਦੇ ਨਾਲ, ਬਾਜ ਕੁੱਤੇ ਆਦਿ। ਫਿਰ ਉਹਨਾਂ ਕੁੱਤਿਆਂ ਦੇ ਵਿੱਚ ਇਹਨੂੰ ਬੰਨ੍ਹਦੇ ਹੈ ਤੇ ਫਿਰ ਉੱਥੇ ਹੀ ਸੰਗਤ ਆਉਂਦੀ ਹੈ ਦਰਸ਼ਨ ਕਰਨ। ਤੇ ਪਾਤਸ਼ਾਹ ਕਹਿੰਦੇ ਹੈ ਸਿੱਖੋ ਆ ਜਾਂਦੇ ਜਾਂਦੇ ਇਹਨੂੰ ਹਿਸਾਬ ਕਿਤਾਬ ਕਰ ਜਿਓ ਜਿਹੜਾ ਇਹਨੇ ਗੁਰੂ ਪਾਤਸ਼ਾਹ ਨੂੰ ਦੁੱਖ ਦਿੱਤੇ ਆ। ਕੀ ਹੁਕਮ ਹੈ ਜੀ? ਕਹਿੰਦੇ ਇਹਦੇ 5-5 ਜੁੱਤੀਆਂ ਸਾਰੇ ਸਿੱਖ ਮਾਰਿਓ। ਜਹਾਂਗੀਰ ਤੋਂ ਫੜ ਕੇ ਮਜਨੂੰ ਟਿੱਲੇ ਤੇ ਲਿਆਂਦਾ ਤੇ ਮਜਨੂੰ ਟਿੱਲੇ ਤੇ ਉੱਤੇ ਇਕੱਠ ਹੋ ਗਿਆ ਦਿੱਲੀ ਦੇ ਲੋਕਾਂ ਦਾ। ਉਹ ਚਲੋ ਉਹ ਕਹਿੰਦੇ ਚੰਦੂ ਫੜ ਲਿਆ, ਬਹੁਤ ਵੱਡੀ ਗੱਲ ਹੈ, ਗੁਰੂ ਵਾਸਤੇ ਕੋਈ ਖਾਸ ਗੱਲ ਨਹੀਂ, ਪਰ ਜਨਤਾ ਨੂੰ, ਸਿੱਖ ਸੰਗਤਾਂ ਨੂੰ, ਦਿੱਲੀ ਦੇ ਲੋਕਾਂ ਨੂੰ ਬਹੁਤ ਵੱਡੀ ਲੱਗਦੀ ਆ ਤੇ ਫਿਰ ਵੇਖਣ ਵਾਸਤੇ ਆਉਂਦੇ ਆ। ਤੇ ਜਦੋਂ ਮੁੜਦੇ ਆ ਤੇ ਗੁਰੂ ਪਾਤਸ਼ਾਹ ਕਹਿੰਦੇ ਇੱਦਾਂ ਕਰਿਓ, ਜਾਂਦੇ ਜਾਂਦੇ ਇਹਦੇ ਸਿਰ 'ਚ 5-5 ਜੁੱਤੀਆਂ ਮਾਰ ਕੇ ਜਾਇਓ। ਫਿਰ ਸਾਰੀਆਂ ਸੰਗਤਾਂ ਲੈਣ ਬੰਨ੍ਹ ਕੇ ਲੰਘਦੀਆਂ ਤੇ ਜਿੱਥੇ ਉਹ ਕੁੱਤਿਆਂ ਵਿੱਚ ਬੰਨ੍ਹ ਕੇ ਬਿਠਾਇਆ, ਸੰਗਲੀ ਪਾ ਕੇ ਨੱਥ ਮਾਰ ਕੇ, ਉੱਥੇ ਗੁਰੂ ਪਿਆਰੋ ਫਿਰ ਉਹਦੇ ਸਿਰ ਵਿੱਚ ਜੁੱਤੀਆਂ ਪੈਂਦੀਆਂ ਤੇ ਜੁੱਤੀਆਂ ਪੈਂਦੀਆਂ ਕੋਈ ਗਿਣਤੀ ਨਹੀਂ ਹੈ ਕਿ ਉਹਦੀ ਸਿਰ ਦੀ ਖੋਪੜੀ ਫੁੱਟ ਗਈ। ਫਿਰ ਦਿੱਲੀ ਦੀਆਂ ਦੁਕਾਨਾਂ ਦੇ ਉੱਤੇ ਲਿਜਾ ਕੇ ਜਿਹੜਾ ਇਹਦੀ ਆਦਤ ਹੀ ਰਿਸ਼ਵਤ ਲੈਣ ਦੀ, ਕਹਿੰਦੇ ਹੁਣ ਤੂੰ ਰਿਸ਼ਵਤ ਵੀ ਮੰਗ ਲਾ, ਜਲ ਮੰਗ ਦੁਕਾਨ ਤੋਂ ਕੌਡੀ। ਇਹ ਦੁਕਾਨ ਵਾਲੇ ਨੂੰ ਕਹਿੰਦਾ ਪੈਸਾ ਦੇ ਦੇ, ਕਿਉਂਕਿ ਇਹਨੂੰ ਕਿਹਾ ਗਿਆ ਕਹਿ ਪੈਸਾ ਦੇ, ਕੌਡੀ ਦੇ। ਇਹ ਹੱਥ ਕਰਕੇ ਪੈਸਾ ਮੰਗਦਾ ਤੇ ਅੱਗੋਂ ਦੁਕਾਨਦਾਰ ਨੂੰ ਹੁਕਮ ਕੀਤਾ ਵੀ ਇਹਨੂੰ ਪੈਸਾ ਕੌਡੀ ਨਹੀਂ ਦੇਣੀ, ਇਹ ਸਿਰ ਜੁੱਤੀ ਮਾਰਨੀ ਆ ਮੋੜ ਕੇ। ਕਹੋ ਸਤਨਾਮ ਸੀ। ਸਾਰੀਆਂ ਦੁਕਾਨਾਂ ਦੇ ਉੱਤੇ ਲਿਜਾਇਆ ਗਿਆ ਇਸ ਨੂੰ, ਸਾਰੇ ਲਾਹੌਰ ਦੀਆਂ ਦੁਕਾਨਾਂ ਦੇ ਬਾਜ਼ਾਰਾਂ 'ਚ ਲਿਜਾਇਆ ਗਿਆ। ਇਹ ਦੱਸਿਆ ਗਿਆ ਵੀ ਇਹੋ ਜਿਹੇ ਹੰਕਾਰੀ ਲੋਕਾਂ ਨੂੰ ਐ ਨੱਥ ਪੈਂਦੀ ਹੈ, ਜਾਂ ਸਿਕਦਾਰ ਹੈ ਪਵੈ ਜੰਜੀਰੀ ਤਾਂ ਚਾਕਰ ਹੱਥੋਂ ਮਰਨਾ। ਮਾਇਆ ਮੋਹੇ ਹਰ ਚੇਤੈ ਨਾਹੀ, ਜਿਹੜੇ ਮਾਇਆ ਦੇ ਵਿੱਚ ਡੁੱਬੇ ਹੋਏ ਆ ਉਹਨਾਂ ਨੂੰ ਰੱਬ ਯਾਦ ਨਹੀਂ। ਜੰਪੁਰ ਬੰਦਾ ਦੁੱਖ ਸਹਾਹੀ, ਫਿਰ ਜਵਾਨੀਪੁਰੀ ਵਿੱਚ ਆਏ ਦੁੱਖ ਝੱਲਦੇ ਆ।
अन्ना बोला किछ नज़र न आवे मनमुख पाप पचावनिया। ਉਹ ਅੱਖਾਂ ਕਰਕੇ ਅੰਨਾ, ਸੁਰਤ ਦੀਆਂ ਅੱਖਾਂ ਕਰਕੇ ਅੰਨੇ ਹੋ ਜਾਂਦੇ ਆ, ਕੰਨਾਂ ਕਰਕੇ ਬੋਲੇ ਹੋ ਜਾਂਦੇ ਆ, ਉਹਨਾਂ ਨੂੰ ਜਨਤਾ ਦੇ ਦੁੱਖ ਨਹੀਂ ਸੁਣਦੇ। ਜਿਸ ਤਰ੍ਹਾਂ ਧੰਨ ਗੁਰੂ ਨਾਨਕ ਦੇਵ ਜੀ ਨੇ ਰੋਮ ਸ਼ਹਿਰ ਦੇ ਰਾਜੇ ਕਾਰੂ ਨੂੰ ਜਾ ਕੇ ਦੱਸਿਆ ਸੀਗਾ, ਓਏ ਤੇਰੀ ਜਨਤਾ ਤਾਂ ਮਰੀ ਜਾਂਦੀ ਆ, ਕਿਸਾਨ ਮਰੀ ਜਾਂਦੇ ਆ, ਕਿਸਾਨਾਂ ਦੇ ਬੱਚੇ ਦੂਜੇ ਦੇਸ਼ਾਂ ਨੂੰ ਤੁਰੇ ਜਾਂਦੇ ਆ, ਤੂੰ ਰਾਜ ਕਿਹਦੇ ਕਰਦਾ? ਜਿਹੜੀ ਜਨਤਾ ਕਿਧਰੇ ਨਹੀਂ ਜਾ ਰਹੀ ਸਕਦੇ ਉਹ ਇੱਥੇ ਭੁੱਖੀ ਮਰੀ ਜਾਂਦੀ ਆ, ਤੈਨੂੰ ਰਾਜ ਕਰਨਾ ਨਹੀਂ ਆਉਂਦਾ। ਰੱਬ ਦੇ ਪਿਆਰੇ ਬਸ ਇਹੀ ਦੱਸਣ ਆਉਂਦੇ ਆ। ਉਹ ਤਾਂ ਸ੍ਰਿਸ਼ਟੀ ਦੇ ਮਾਲਕ ਹੁੰਦੇ ਆ, ਉਹ ਕੋਈ ਖਿੱਤੇ ਦਾ ਰਾਜ ਲੈਣ ਵਾਸਤੇ ਨਹੀਂ ਆਉਂਦੇਗੇ ਵੀ ਅਸੀਂ ਇਸ ਇਲਾਕੇ 'ਤੇ ਰਾਜ ਕਰਾਂਗੇ। ਉਹ ਤਾਂ ਸਾਰੀ ਸ੍ਰਿਸ਼ਟੀ ਦੇ ਮਾਲਕ ਹੁੰਦੇ ਆ, ਉਹ ਤਾਂ ਰਾਜਿਆਂ ਨੂੰ ਦੱਸਣ ਆਉਂਦੇ ਆ ਵੀ ਰਾਜ ਕਰਨਾ ਕਿਵੇਂ ਆ, ਸਮਝਾਉਣ ਆਉਂਦੇ ਆ। ਸਾਧ ਪਠਾਏ ਆਪ ਹਰ ਹਮ ਤੁਮ ਤੇ ਨਾਹੀਂ ਦੂਰ। ਉਹ ਦੱਸਣ ਆਉਂਦੇ ਆ ਕਿ ਪਰਮੇਸ਼ਰ ਸਭ ਦੇ ਵਿੱਚ ਹੈ, ਸਭ ਦੇ ਨਾਲ ਹੈ, ਸਭ ਨੂੰ ਦੇਖ ਰਿਹਾ ਹੈ। ਜਿਨ ਪਾਈ ਰੰਗ ਰਵਾਈ ਬੈਠਾ ਵੇਖੈ ਵੱਖ ਅਕੇਲਾ, ਉਹ ਸਭ ਨੂੰ ਦੇਖ ਰਿਹਾ ਹੈ। ਇਸ ਕਰਕੇ ਭਲਿਓ ਉਹ ਤੋਂ ਡਰੋ। ਜਿਵੇਂ ਔਰੰਗਜ਼ੇਬ ਨੂੰ ਸਤਿਗੁਰਾਂ ਨੇ ਜਫਰਨਾਮਾ ਲਿਖ ਕੇ ਸੁਣਾਇਆ ਸੀ ਬਈ ਤੈਨੂੰ ਰਾਜ ਕਰਨਾ ਨਹੀਂ ਆਇਆ ਤੇ ਹੁਣ ਤੇਰੀ ਦੁਰਦਸ਼ਾ ਇੰਨੀ ਭੈੜੀ ਹੋਣੀ ਆ ਕਿ ਤੈਨੂੰ ਕਬਰ ਦੇ ਵਿੱਚ ਜਾ ਕੇ ਵੀ ਸ਼ਾਂਤੀ ਨਹੀਂ ਆਉਣੀ। ਕੋ ਸਤਨਾਮ ਸ੍ਰੀ। ਤੇ ਜਿਸ ਵੇਲੇ ਔਰੰਗਜ਼ੇਬ ਨੂੰ ਉਹ ਸਾਰਾ ਜਫਰਨਾਮਾ ਪੜ੍ਹ ਕੇ ਸੁਣਾਉਣਾ ਕੀਤਾ ਨਾ, ਤੇ ਉਸ ਵੇਲੇ ਫਿਰ ਬੜਾ ਪਛਤਾਇਆ, ਬੜਾ ਪਛਤਾਇਆ। ਪਾਤਸ਼ਾਹ ਜਫਰ ਨੇ ਕੀ ਹੋ ਗਿਆ, ਜੇ ਕਛੇਰ ਦੇ ਛੋਟੇ 4 ਬੱਚੇ ਮਾਰ ਲਏ, ਹਜੇ ਤਾਂ ਸ਼ੇਰ ਦਾ ਜਿਹੜਾ ਵੱਡਾ ਪੁੱਤਰ ਖਾਲਸਾ ਹੈ ਹਜੇ ਉਹ ਜਿਉਂਦਾ ਹੈ। ਕੋਈ ਸਤਨਾਮ ਸ੍ਰੀ। ਕੱਲੇ ਕੱਲੇ ਦਾ ਹਿਸਾਬ ਕਿਤਾਬ ਖਾਲਸਾ ਪੰਥ ਕਰੂਗਾ ਆਉਣ ਵਾਲੇ ਸਮੇਂ 'ਚ, ਤੇ ਉਹ ਲਿਆ ਹਿਸਾਬ ਕਿਤਾਬ ਬੰਦਾ ਸਿੰਘ ਬਹਾਦਰ ਦੇ ਰਾਹੀਂ। ਉਸ ਤੋਂ ਬਾਅਦ ਵੀ ਖਾਲਸਾ ਫੌਜਾਂ ਨੇ ਜਿਨ੍ਹਾਂ ਜ਼ਾਲਮਾਂ ਨੇ ਜ਼ੁਲਮ ਕੀਤੇ ਉਹਨਾਂ ਦਾ ਹਿਸਾਬ ਕਿਤਾਬ ਕੀਤਾ। ਇਸੇ ਤਰ੍ਹਾਂ ਹਰਗੋਬਿੰਦ ਸਾਹਿਬ ਜੀ ਇਸ ਮਾਇਆ ਧਾਰੀ ਚੰਦੂ ਨੂੰ ਕਿਸ ਤਰ੍ਹਾਂ ਫਿਰ ਸਿਰ ਵਿੱਚ ਇਸ ਦੇ ਸੰਗਤਾਂ ਦੇ ਕੋਲੋਂ ਹੀ ਜੁੱਤੀਆਂ ਮਰਵਾਈਆਂ ਗਈਆਂ, ਸਿਰ ਫੁੱਟ ਗਿਆ, ਮਾੜੀ ਹਾਲਤ ਹੋ ਗਈ, ਲਾਹੌਰ ਪਹੁੰਚ ਗਏ। ਸਿੱਧੇ ਅੰਮ੍ਰਿਤਸਰ 'ਚ ਨਹੀਂ ਵਾੜਿਆ, ਦੁਸ਼ਟ ਪਾਪੀ ਦੇ ਪੈਰ ਅੰਮ੍ਰਿਤਸਰ 'ਚ ਨਹੀਂ ਪਾਏ, ਬਾਹਰ ਸਿੱਧੇ ਦਿੱਲੀੋਂ ਲਾਹੌਰ ਨੂੰ ਲੈ ਗਏ। ਲਾਹੌਰ ਦੇ ਬਾਜ਼ਾਰਾਂ 'ਚ ਘੁਮਾਇਆ, ਔਰ ਇਸ ਤਰ੍ਹਾਂ ਘੁੰਮਦੇ ਘੁੰਮਦੇ ਬੱਚੇ ਚਾਂਹ ਪੈ ਗਏ, ਮਗਰ ਬੱਚੇ ਲੱਗ ਗਏ। ਬੱਚੇ ਸਿਰ 'ਚ ਰੇਤਾ ਪਾਉਂਦੇ ਆ ਜਿੱਥੇ ਜੁੱਤੀਆਂ ਵੱਜਦੀਆਂ। ਤਾਂ ਇਸ ਤਰ੍ਹਾਂ ਹੋਰ ਵੀ ਭੈੜੀ ਹਾਲਤ ਹੋ ਗਈ, ਕਦੇ ਕਦੇ ਬੇਹੋਸ਼ੀ 'ਚ ਡਿੱਗ ਜਾਂਦਾ। ਤੇ ਗੁਰੂ ਪਿਆਰਿਓ ਫਿਰ ਇਸ ਨੂੰ ਹੋਸ਼ ਵਿੱਚ ਲਿਆਉਂਦੇ ਆ, ਪਾਣੀ ਛਿੱਟੇ ਮਾਰ ਕੇ ਫਿਰ ਤੋਰਦੇ ਆ। ਇਸ ਦੀ ਘਰ ਵਾਲੀ ਤੇ ਇਸ ਦਾ ਪੁੱਤਰ ਵੇਖਣ ਵਾਸਤੇ ਆਏ। ਸਿੱਖਾਂ ਨੇ ਕਿਹਾ ਮਹਾਰਾਜ ਚੰਦੂ ਦੀ ਘਰ ਵਾਲੀ 'ਚ ਉਹਦਾ ਪੁੱਤਰ ਆਇਆ, ਉਹਨਾਂ ਵੀ ਫੜ ਲਈਏ। ਕਹਿੰਦੇ ਨਹੀਂ ਨਹੀਂ, ਉਹਨਾਂ ਦੀ ਕੋਈ ਗਲਤੀ ਨਹੀਂ। ਇਹ ਗੁਰੂ ਨਾਨਕ ਦਾ ਨਿਉ ਆ ਜਿਹੜਾ ਕੇਵਲ ਸਜ਼ਾ ਉਸੇ ਨੂੰ ਮਿਲਣੀ ਹੈ ਜਿਹੜਾ ਗਲਤੀ ਕਰਦਾ। ਬੱਚਿਆਂ ਨੂੰ ਕੋਈ ਗਲਤੀ ਨਹੀਂ ਦੇਣੀ, ਕੋਈ ਉਹਨਾਂ ਨੂੰ ਸਜ਼ਾ ਨਹੀਂ ਦੇਣੀ ਬੱਚਿਆਂ ਨੂੰ। ਇਹਦੀ ਘਰ ਵਾਲੀ ਦੇ ਪੁੱਤਰ ਨੂੰ ਇਹਦੀ ਹਾਲਤ ਵਿਖਾ ਦਿਓ ਕਿ ਮਾੜੇ ਕੰਮ ਕਰਨ ਦੀ ਇਹ ਦੁਰਦਸ਼ਾ ਹੁੰਦੀ ਹੈ, ਇਹ ਫਲ ਮਿਲਦਾ ਹੈ। ਮੁਲਾਕਾਤ ਕਰਾਤੀ ਉਹਨਾਂ ਦੀ ਉਹਦੇ ਨਾਲ, ਪਰ ਛਡਾ ਨਹੀਂ ਸੀ ਸਕਦੇ ਤੇ ਨਾ ਹੀ ਛੱਡਣਾ ਸੀ ਦੁਸ਼ਟ ਨੂੰ। ਤੇ ਉਹਨਾਂ ਨੂੰ ਭੇਜ ਦਿੱਤਾ ਵੀ ਤੁਸੀਂ ਜਾਓ ਆਪਦੇ ਘਰੇ, ਇਹਨੂੰ ਹੁਣ ਅਸੀਂ ਗਾਹਾਂ ਹੀ ਤੋਰਾਂਗੇ, ਤੁਹਾਡੇ ਨਾਲ ਨਹੀਂ ਭੇਜਦੇ। ਇਉਂ ਚੱਲਦੇ ਚੱਲਦੇ ਲਾਹੌਰ ਦੇ ਬਾਜ਼ਾਰਾਂ 'ਚੋਂ ਪੈਸਾ ਮੰਗਾਉਂਦੇ ਹੋਏ ਇਹਦੇ ਕੋਲੋਂ ਅਖੀਰ ਚੱਲਦੇ ਚੱਲਦੇ ਰੌਲਾ ਬੱਚਿਆਂ ਦਾ ਬੜਾ ਪੈ ਰਿਹਾ, ਪਿੱਛੇ ਚਾਂਹ ਪੈ ਜਾਂਦੇ ਆ ਬੱਚੇ, ਤੁਰੇ ਜਾ ਰਹੇ ਆ। ਤੇ ਅੱਗੋਂ ਜਿਹੜਾ ਉਹੀ ਭੱਠ ਵਾਲਾ ਜਿਹਨੂੰ ਸੱਦ ਕੇ ਲਿਆਂਦਾ ਸੀ ਇਹਨੇ ਆਪਣੀ ਵਜ਼ੀਰੀ ਵੇਲੇ, ਮੈਂ ਤੂੰ ਰੇਤਾ ਗਰਮ ਕਰਕੇ ਕੜਾਹੀ 'ਚ ਅਰਜਨ ਦੇਵ ਜੀ ਦੇ ਸਿਰ 'ਚ ਪਾ। ਉਹ ਨਹੀਂ ਸੀ ਚਾਹੁੰਦਾ, ਪਰ ਇਹ ਮੌਕੇ ਦਾ ਰਾਜਾ ਸੀ, ਇਹਨੇ ਧੱਕੇ ਨਾਲ ਉਹਦੇ ਕੋਲੋਂ ਵੀ ਪਾਪ ਕਰਾਇਆ। ਕਹਿੰਦੀ ਉਸ ਨੇ ਉਹ ਕੜਛਾ ਮੁੜ ਕੇ ਲਿਜਾ ਕੇ ਰੱਖ ਦਿੱਤਾ। ਹੁਣ ਇਹ ਕੜਛਾ ਦਾਣੇ ਭੁੰਨਣ ਵਾਸਤੇ ਨਹੀਂ ਵਰਤਣਾ।
ਸਮਾਂ ਬਤੀਤ ਹੋਇਆ ਤੇ ਅੱਜ ਇਸ ਵੇਲੇ ਉਹ ਲੈ ਕੇ ਪਹੁੰਚੇ ਚੰਦੂ ਨੂੰ ਉਸ ਦੇ ਭੱਠ ਦੇ ਕੋਲ। ਕਹਿੰਦੇ ਉਹ ਦਾਣੇ ਭੁੰਨ ਰਿਹਾ ਸੀ ਤੇ ਜੇ ਬੱਚਿਆਂ ਦਾ ਰੌਲਾ ਪੈਂਦਾ ਸੁਣਿਆ, ਉੱਠ ਕੇ ਬਾਹਰ ਆਇਆ ਵੇਖਣ ਵਾਸਤੇ। ਬੜੀ ਭੀੜ ਹੈ, ਬੜਾ ਇਕੱਠ ਹੈ, ਪਛਾਣ ਨਹੀਂ ਆਉਂਦੀ ਕਿ ਬੰਨ੍ਹਿਆ ਕਿਹਨੂੰ ਹੈ ਸੰਗਲੀ ਨਾਲ। ਪੁੱਛਿਆ ਕੌਣ ਹੈ ਇਹ? ਕਹਿੰਦੇ ਚੰਦੂ ਹੈ। ਅੱਛਾ, ਚੰਦੂ ਵਜ਼ੀਰ ਜਿਹੜੀ ਗੁਰੂ ਸਾਹਿਬ ਨੇ ਬਚਨ ਕੀਤਾ ਸੀ ਤਖਤ 'ਤੇ ਬੈਠਦੇ ਹਾਂ ਗੁਰਤਾ ਗੱਦੀ ਵਾਲੇ ਦਿਨ, ਬਈ ਜਿੰਨਾ ਚਿਰ ਚੰਦੂ ਦੇ ਨੱਥ ਨਹੀਂ ਮਾਰ ਲੈਂਦੇ ਉਹਨਾਂ ਚਿਰ ਇਸ ਨੂੰ ਅਸੀਂ ਸ਼ਾਂਤੀ ਨਾਲ ਨਹੀਂ ਬੈਠਾਂਗੇ। ਕਿ ਉਹ ਪਠਿਆਰਾ ਕਹਿਣ ਲੱਗੇ ਆ, ਦਾਣੇ ਭੁੰਨਣ ਵਾਲਾ ਭੱਠ ਵਾਲਾ ਕਹਿਣ ਲੱਗਿਆ ਠਹਿਰੋ ਠਹਿਰੋ, ਫਿਰ ਮੈਂ ਵੀ ਹਿਸਾਬ ਕਿਤਾਬ ਕਰਦੇ ਹਾਂ। ਇਹ ਦੁਸ਼ਟ ਪਾਪੀ ਨੇ ਮੈਨੂੰ ਵੀ ਪਾਪ ਦੇ ਵਿੱਚ ਸ਼ਾਮਲ ਕੀਤਾ ਧੱਕੇ ਨਾਲ। ਤੇ ਗਿਆ ਤੇ ਜਿਹੜਾ ਕੜਛਾ ਸੀਗਾ ਇਹ ਕੜਾਹੇ 'ਚ ਵੱਜਦਿਆਂ ਵੱਜਦਿਆਂ ਦਾਣੇ ਭੁੰਨਦਿਆਂ ਕਿਨਾਰੇ ਤਿੱਖੇ ਹੋ ਜਾਂਦੇ ਇਹਨਾਂ ਨੇ। ਕਹਿੰਦੇ ਉਹ ਕੜਛਾ ਚੱਕ ਲਿਆਇਆ, ਉਹੀ ਜਿਸ ਕੜਛੇ ਨਾਲ ਕਿਸੇ ਵੇਲੇ ਇਸਨੇ ਗੁਰੂ ਸਾਹਿਬ ਦੇ ਸੀਸ ਵਿੱਚ ਰੇਤਾ ਪਾਇਆ ਸੀ, ਤੇ ਉਹੀ ਕੜਛਾ ਇਹਦਾ ਨੰਗਾ ਪਿੰਡਾ, ਇੱਕੋ ਤੇੜ ਕੱਪੜਾ ਰਹਿ ਗਿਆ, ਸਿਰ ਵੀ ਨੰਗਾ ਢਿੱਡ ਵੀ ਨੰਗਾ। ਤਾਂ ਇਸ ਤਰ੍ਹਾਂ ਉਹਨੇ ਉਹ ਕੜਛਾ ਲੈਂਦੇ ਨੇ ਇਹਦੇ ਧੁੰਨੀ ਵਾਲੇ ਥਾਂ 'ਤੇ ਮਾਰਿਆ, ਤੇ ਕੁਝ ਤਿੱਖਾ ਸੀ ਕੁਝ ਗਰਮ ਸੀ, ਤੇ ਜਦੋਂ ਵਜਿਆ ਤੇ ਫਿਰ ਰੋਟੀ ਜਿੰਨਾ ਥਾਂ ਵੱਢ ਕੇ ਲੈ ਗਿਆ ਵਿੱਚੋਂ ਅੰਦਰਾਂ ਖਿੰਡ ਗਈਆਂ, ਉੱਥੇ ਹੀ ਮੌਤ ਹੋ ਗਈ। ਉੱਥੇ ਜਾ ਕੇ ਮੌਤ ਹੋਣੀ ਸੀਗੀ। ਦੱਦਾ ਦੋਸ਼ ਨ ਦਿਓ ਕਿਸੈ ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਕਿਸੇ ਨੂੰ ਦੋਸ਼ ਨਾ ਦਿਓ, ਜਿਹੋ ਜਿਹਾ ਕਰਮ ਕਰਾਂਗੇ ਉਹੋ ਜਿਹੇ ਫਲ ਮਿਲਣਗੇ। ਫਰੀਦਾ ਲੋੜੈ ਦਾਖ ਬਜੌਰੀਆਂ, ਕਿੱਕਰ ਬੀਜੈ ਜੱਟ, ਹੰਡਾ ਉਨ ਕਤਾਇਂਦਾ, ਪੈਂਦਾ ਲੋੜੈ ਪੱਟ। ਪਾਉਣ ਨੂੰ ਰੇਸ਼ਮ ਭਾਲਦਾ ਹੈ, ਕੱਤਿਆ ਖੱਦਰ ਹੈ ਤੇ ਖੱਦਰੀ ਮਿਲੂਗਾ। ਪਾਪ ਕੀਤੇ ਹੈ ਤੇ ਫਿਰ ਸੁੱਖ ਨਹੀਂ ਦੁੱਖ ਹੀ ਮਿਲੂਗਾ, ਉਹ ਵੀ ਭੋਗਣਾ ਪੈਣਾ ਬਰਾਬਰ। ਫਿਰ ਕੀਤੇ ਫਲ ਨੂੰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਅੱਗੇ ਸੁਜੈਸ਼ਨ ਵੀ ਦਿੰਦੇ ਆ, ਜਿਨੀ ਨਾਮ ਧਿਆਇਆ ਗਏ ਮਸ਼ੱਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਇਹ ਵੀ ਸਲਾਹ ਦਿੰਦੇ ਆ ਨਾਲ ਗੁਰੂ ਨਾਨਕ ਪਾਤਸ਼ਾਹ। ਹੁਣ ਮਨੁੱਖ ਤੇ ਛੱਡਤਾ ਵੀ ਤੇਰੀ ਮਰਜ਼ੀ ਹੈ, ਚੰਗੇ ਕੰਮ ਕਰਨੇ ਆ ਮਾੜੇ ਕਰਨੇ ਆ ਕਿ ਨਾਮ ਜਪਣਾ। ਤਿੰਨਾਂ ਦਾ ਤੁਹਾਨੂੰ ਮੈਂ ਜਿਹੜਾ ਨਤੀਜਾ ਉਹ ਦੱਸ ਦਿੱਤਾ ਵੀ ਕੀ ਮਿਲਣਾ। ਪ੍ਰੀਤਮ ਜੀ ਕਹਿੰਦੇ ਮਾਇਆ ਮੋਹਿ ਹਰ ਚੇਤੈ ਨਾਹੀ, ਜੰਪੁਰ ਬੱਧਾ ਦੁੱਖ ਸਹਾਹੀ, ਅੰਨਾ ਬੋਲਾ ਕਿਛ ਨਦਰ ਨਾ ਆਵੈ, ਮਨਮੁਖ ਪਾਪ ਪਚਾਵਨੇ ਆ। ਪਾਪ ਬੁਰਾ ਪਾਪੀ ਕੋ ਪਿਆਰਾ, ਪਾਪ ਲੱਦੇ ਪਾਪੇ ਪਾਸਾਰਾ, ਪਰ ਹਰ ਪਾਪ ਪਛਾਣੇ ਆਪ। ਕਹਿੰਦੇ ਪਾਪੀ ਬੰਦਾ ਪਾਪਾਂ ਦੀਆਂ ਪੰਡਾਂ ਬੰਨ ਬੰਨ ਕੇ ਲੈ ਕੇ ਜਾ ਰਿਹਾ ਹੈ, ਪਰ ਮਨੁੱਖ ਨੂੰ ਪਾਪ ਛੱਡ ਕੇ ਆਪਣੇ ਆਪੇ ਦੀ ਪਛਾਣ ਕਰਨੀ ਚਾਹੀਦੀ ਹੈ। ਮੈਂ ਕੌਣ ਹਾਂ, ਕਿੱਥੋਂ ਆਇਆ, ਕੀ ਲੈਣ ਆਇਆ। ਪਾਤਸ਼ਾਹ ਜੀ ਕਹਿੰਦੇ ਮਨ ਮੁਖ ਪਾਪ ਪਚਾਵਣਿਆ। ਇਸ ਤਰ੍ਹਾਂ ਇਹੋ ਜਿਹੇ ਲੋਕ ਆਪਣੇ ਪਾਪਾਂ ਦੇ ਵਿੱਚ ਹੀ ਗਰਕ ਹੋ ਜਾਂਦੇ ਆ, ਪਚ ਜਾਂਦੇ ਆ। ਜਿਸ ਵੇਲੇ ਔਰੰਗਜ਼ੇਬ ਨੇ ਸਤਿਗੁਰੂ ਤੇਗ ਬਹਾਦਰ ਨੂੰ ਸ਼ਹੀਦ ਕਰ ਦਿੱਤਾ, ਤੇ ਜਿਹੜੇ ਉਹਨਾਂ ਦੇ ਨਾਲ ਸ਼ਹੀਦ ਹੋਏ ਸੀ ਸਿੰਘ ਮਤੀ ਦਾਸ ਸਤੀ ਦਾਸ, ਉਹਨਾਂ ਦੀਆਂ ਰੂਹਾਂ ਨੇ ਫਿਰ ਔਰੰਗਜ਼ੇਬ ਨੂੰ ਦਿੱਲੀ 'ਚ ਨਹੀਂ ਸੌਣ ਦਿੱਤਾ। ਉਹਨਾਂ ਸ਼ਹੀਦਾਂ ਦੀਆਂ ਰੂਹਾਂ ਨੇ ਆ ਕੇ ਇਹਨੂੰ ਡਰਾਉਣਾ ਸ਼ੁਰੂ ਕੀਤਾ। ਇਹਨੂੰ ਨੀਂਦ ਨਹੀਂ ਆਉਂਦੀ ਹੁਣ ਦਿਨ ਰਾਤ, ਆਵਾਜ਼ਾਂ ਆਉਂਦੀਆਂ ਦੁਸ਼ਟਾ ਹੁਣ ਤੂੰ ਦਿੱਲੀ 'ਚ ਨਹੀਂ ਰਹਿ ਸਕਦਾ। ਫਿਰ ਇਸ ਨੇ ਦਿੱਲੀ ਦੀ ਹੱਦ ਟੱਪ ਕੇ ਇੱਕ ਨਵਾਂ ਨਗਰ ਵਸਾਇਆ ਔਰੰਗਾਬਾਦ, ਉੱਥੇ ਜਾ ਕੇ ਫਿਰ ਇਹ ਰਹਿੰਦਾ ਸੀਗਾ। ਅਤੇ ਜ਼ਫਰਨਾਮਾ ਸੁਣ ਕੇ ਜਦ ਇਹਦੀ ਮੌਤ ਹੋਈ, ਅਤੇ ਮੌਤ ਹੋਣ ਤੋਂ ਪਹਿਲਾਂ ਹੀ ਇਹ ਕਹਿੰਦਾ ਕਿ ਮੈਂ ਕੋਈ ਚੱਜ ਦਾ ਕੰਮ ਨਹੀਂ ਕੀਤਾ ਜ਼ਿੰਦਗੀ ਵਿੱਚ, ਮੈਂ ਗਲਤ ਰਸਤੇ ਪੈ ਗਿਆ, ਮੈਂ ਸਾਰੀ ਦੁਨੀਆ ਨੂੰ ਮੁਸਲਮਾਨ ਬਣਾਉਣ 'ਤੇ ਤੁਲ ਗਿਆ, ਮੇਰੀ ਗਲਤੀ ਸੀ। ਇਸ ਕਰਕੇ ਮੇਰੀ ਕਬਰ 'ਤੇ ਕੋਈ ਦਰਖਤ ਨਾ ਲਾਇਓ, ਕੋਈ ਦੀਵਾ ਜਗਾਉਣ ਦੀ ਲੋੜ ਨਹੀਂ, ਕੋਈ ਝਾੜੂ ਮਾਰਨ ਦੀ ਲੋੜ ਨਹੀਂ। ਮੈਂ ਕੁਦਰਤ ਦੇ ਸੁੱਖਾਂ ਦਾ ਹੱਕਦਾਰ ਨਹੀਂ, ਮੈਂ ਕੁਦਰਤ ਨੂੰ ਖਰਾਬ ਕੀਤਾ ਆ ਕੇ। ਕਹੋ ਸਤਨਾਮ। ਅੱਜ ਤੱਕ ਵੀ ਔਰੰਗਾਬਾਦ ਦੇ ਵਿੱਚ ਉਹਦੀ ਕਬਰ ਹੈ। ਮਸਕੀਨ ਜੀ ਕਹਿੰਦੇ ਇੱਕ ਵਾਰੀ ਉੱਥੇ ਗਏ, ਜਿਹੜੇ ਉੱਥੇ ਮਜੌਰ ਬੈਠੇ ਆ, ਕੁਝ ਬੈਠੇ ਨੇ ਮੁਸਲਮਾਨ ਮੰਗਤੇ ਲੋਕ, ਉਹ ਪੈਸੇ ਮੰਗਦੇ ਨੇ। ਪੈਸਾ ਦੇ ਦਿਓ ਜੀ। ਕਾਹਦੇ ਵਾਸਤੇ? ਇੱਥੇ ਦੀਵਾ ਜਗਾਵਾਂਗੇ ਕਬਰ 'ਤੇ, ਤੇਲ ਲਿਆਉਣ ਵਾਸਤੇ। ਮਸਕੀਨ ਜੀ ਕਹਿੰਦੇ ਇਹਦੇ ਤੇਲ ਵਾਸਤੇ ਪੈਸੇ ਨਹੀਂ ਦੇਣੇ ਅਸੀਂ,
साढ़े पैसे नाल दीवा नहीं जगाना। हाँ तुसी रोटी खानी है तो खाण वास्ते लै लो। कोई सतनाम सी एडा वड्डा देश का राजा होवे, अरबस्तान का भी ते हिंदुस्तान का, भारत वर्ष का भी, ते उस दे कवर ते दीवा जगाउण वास्ते लोग तेल वास्ते पैसे लोगों तो मंगण। ऐसी हालत हुई है उस पापी दुष्ट की। खैर अगे चलीए। प्रीतम जी कहते मनमुख पाप पचावनिया, एक रंग राते जो तुद आप ले बुलाए। एक ऐसे भी है महाराज जिन्होंने तू आप कृपा करके अपने नाल जोड़ता। लिव लाउना, सिमरन करना, निज स्वरूप नाल जुड़ना, अपने आप नू जानना। बंदे खोज दिल हर रोज ना फिर परेशानी माहे। ये जो दुनिया सेहर मेला दस्तगीरी नाहे। ये दुनिया सिर्फ एक मेला है, किसी के हथ च फड़िया होया ने। तू आपकी खोज कर, तू कौन है, कित्थों आया, की लैन आया। जो लैन आया वो किवें मिलूगा, इस गल की खोज कर। तो मेरे प्रीतम जी बख्शिश करते हैं अगे, एक रंग राते जो तुद आप ले बुलाए। भाए भगत तेरा मन भाए, जिहड़े तेरी कृपा दे नाल तेरे नाल जुड़े हुए न, वो महाराज तेरे रंग विच रंगे होए तैनूं भा गए। कौन भा गए? सो सिख सखा बंधप है भाई, जे गुर के भाणे विच आवे। अपने भाणे जो चलै भाई, बिछड़ चोटां खावे। बिन सतगुर सो कदे न पावे भाई, फिर पछोतावे। वो नहीं पाउंदे जिहड़े मन मर्जी करते आ, पाउंदे वो आ जिहड़े गुरु की मत अनुसार चलते हैं, गुरमत अनुसार चलते हैं। कहते एक वो जिन्हां ने तैनूं समझना कीता, गुरु नूं मिल करके कुदरत के मुताबक चलना कीता। जदों कोई कुदरत नाल छेड़छाड़ करता है, फिर कुदरत भी उसदा बदला लैंदी है, उसदा हिसाब किताब करदी है। प्रीतम जी कहते जिन्हां ते तेरी कृपा होई, एक रंग राते जो तुद आप ले बुलाए। भाए भगत तेरा मन भाए, उन्होंने प्रेमा भगती की ते प्रेमा भगती करके तैनूं वो चंगे लगे। और उन्होंने समय समय ते रक्षा भी की। हर जुग जुग भगत पाया, पैज रखदा आया राम राजे। हर नाकश दुष्ट हर मारिया, प्रहलाद तराया। अहंकारियां निंदका पिठ दे नाम दे मुख लाया। जा नानक ऐसा हर सेविया अंत ले छड़ाया। उन्होंने रक्षा भी करता, उन्होंने संभाल भी करता, जिहड़े उहदे भाणे अंदर चलते हैं। प्रीतम जी कहते भाए भगत तेरा मन भाए, सतगुर सेवन सदा सुख दाता। सब इच्छा आप पुजावनिया, जिहड़े गुरु नूं सिमरदे है, सुखां दे दाते परमेश्वर नूं याद रखते हैं, उन्हां नूं परमेश्वर सुख बख्शदा, उन्हां दीयां इच्छा भी पूरीआं करदा। इच्छा पूरक सर्ब सुखदाता। हर जिहड़े सुखदाते नाल जुड़नगे उन्हां दीयां इच्छा पूरीआं भी हुंदियां। जाके वस है काम तेना, जिहदे वस भी सारी सृष्टि है, सारियां वस्तुआं सब कुछ उहदे हत्थ विच है। हिंदू मत दे वेदां मुताबक काम तेन गऊ कल बिरछ आदि, ये भी जाता उहदे हुक्म दे अंदर ही दिंदे हैं। तो इस करके प्रीतम जी अगे बख्शिश करते हैं, सब इच्छा आप पुजावनिया। हर जियो तेरी सदा सरनाई। हे हरि मैं तेरी शरण विच हाँ, तू आपे सच बुझावनिया। क्योंकि तू ही कृपा करके जीवां नूं सच दे नाल जोड़दा है। हर जियो तेरी सदा सरनाई, आपे बख्शे दे वडियाई। तू आप कृपा करके उन्होंने वडियाई देना, जिस तरह सतगुरां ने बाबे बुढ़े नूं वडियाई दिती, गुरुआं नूं सिखां नूं वडियाई दिती। जिवें गुरु गोबिंद सिंह महाराज जी ने भाई बचित्र सिंह नूं वडियाई दिती। ताकत सारी गुरु साहब की लगी आ, पर वडियाई भाई बचित्र सिंह नूं दे दिती।
गुरु अमरदास जी ने अपने एक निमाणे जे सिख भाई मानक नूं वडियाई दित्ती। तुहानूं पता जदों बौली साहब की रचना चल रही सी, जदों बौली साहब की पूरी पटाई हो गई ना, काफ़ी थल्ले चले गए, पताल के लगभग नेड़े चले गए जिथे पानी सी पतालों का, उत्थे एक ऐसी धरती आ गई जिहड़ी बहुत सख्त सी और सिखां ने बड़ा जोर लाया, मजदूरां ने मिस्त्रियां ने भी इत्थों ये पत्थर पट्टिया जाए पर वह पत्थर टुटे ना। ऐसा कड़ आ गया, उन्होंने कड़ा कहते हैं। कदे काली मिट्टी का कड़ा आ गया, कदे बरेती का आ गया, कदे चीकनी का आ गया। हुण कड़ा आ गया एक पत्थर का धरती विच, ते वो पत्थर टुटे ना। कई दिन लग गए मजदूरां नूं जोर लाउंदे आ, टुटिया ना। एक दिन बादशाह अकबर ने बंदा भेजिया भी जाओ गुरु साहब नूं बेनती करो भी दो राजे साढ़े आकी हो गए, किले च वड़ बैठे आ, साथों जिते नहीं जा रहे, किरपा कर दिओ। कहंदे अकबर दे बंदे आए ते बेनती कीती गुरु अमरदास जी नूं, ते साधु हुंदे आ, सहज सुभाਅ ही बोलदे आ, ना काहू से दोस्ती ना काहू से वैर वाला सुभाਅ हुंदा उन्हां दा। वो कहने जी राजा साहब दे दो राजे आकी होके किले च वड़ बैठे, तो साथों किला नहीं टुटदा गा, जिते नहीं जाते, वो बड़ा नुकसान कर रहे हैं। सहज सुभाਅ गुरु अमरदास महाराज कहते जदों साडा कड़ टुट जूगा सोडा गढ़ टुट जूगा। भाव साडा कड़ा जिहड़ा बौली साहब का जिद्दे टुट गया उदे सोडा किला जित्तिया जाऊगा। कहो सतनाम श्री। उन्होंने जाके राजे ने दस्सिया राजा साहब आए कहते हैं, कहते अच्छा फिर जाओ अपने कुछ वधिया बंदे लै जाओ तकड़े, जाके कड़ तोड़ो, जिन्ना चिर पत्थर नहीं टुटदा उन्ना चिर साडा किला जित्तिया नहीं जाता। कहते राजे ने भी आपके बंदे भेजे तकड़े वो तोड़न वास्ते, पर किसी तो टुटे ना। तो एक दिन फिर सिखा ने आके कहा महाराज हुण की करिए, वो जो थले पतालों ने कोले पहुँच गए हाँ, एक कड़ा धरती च ऐसा आ गया धरती का कि पत्थर तो भी सख्त है, टुट नहीं रहा। सतगुरु अमरदास जी कहते क्यों टुट रहा भाई? कहते पता नहीं जी, कई दिन हो गए जोर लाउंदे आ, बस वो थले नहीं जा रहे असी। अच्छा, तो सामने सतगुरां ने एक मजदूर बैठा, सिख है गुरु का, विच सेवा भी करता। उन्हें कहने मानक और गल सुन। मानक नूं सद लिया। हाँ महाराज आ चक घन। मानक ने घन चक्या, जा बिच उतर जा करके गुरु नानक नूं जाल ते मारी सट घन दी टुट जाऊगा। कहो सतनाम। इदां ही होया, जिथे कई दिनों तो मजदूर मिस्त्री जोर ला रहे सी, वो टुटिया नहीं सीगा। ते गुरु साहब ने जब बचन किया तो उन्हें मानक ने मारिया घन, तो उत्थे मोरा हो गया बौली साहब दे विच, जिथों पानी हुण निकलदा बंब निकलदी आ। मोरा होया, पत्थर टुट के थले गया पताला, तो उत्थे गोल मोरा हो गया। पानी उपर आ गया, पानी एकदम उपर आ गया पताला चो हुण, ते मानक जिहड़ा पानी विच डुब गया। कहो सतनाम। पानी मूँह च पै गया, नक च पै गया। जद मानक दी कहने माता नूं पता लगे, वो भजी भजी आई, महाराज मेरा तो एको ही सहारा सी, मैं मेरा की बनूगा? आशा कहने की हो गया माता तैनूं? महाराज मेरा मानक। किहड़ा मानक? वो जिहड़ा बच्चा गया सीगा कड़ तोड़न वास्ते थल्लिओ घन लैके, वो तो टुट गया पर वो पानी डुब के मर गया। पातशाह कहने मानक कदे मरदे हुंदे आ? वो लियाओ सिखो मानक का शरीर बाहर कढ़ के। मानक तो रहिंदे पानियां च है। मानक एक रतन भी है, हीरा गुमेद, इस तरह ये 9 रत्न है, इन्हां च एक रतन नाम है मानक। पातशाह कहने मानक तो रहिंदी पानियां च है। ते सिखां ने उहदा शरीर कढ़ के पानी दे विचों तुरंत पातशाह दे कोल लिआंदा, ते पातशाह जी ने अपना सज्जा अंगूठा उहदे सिर ते रखिया, मत्थे ते रखिया, ते मानक दे अंदर साह आ के जिउंदा हो गया। कोई सतनाम। सतगुर जी नूं वडियाई बख्शदा है। आपां गल कर रहे सीगे कि जिहड़े पापी है वो तो अपने पापां कारण ही मर जाते हैं। माया मोह अर चेतै नाही, जंपुर बद्धा दुख सहाई, अन्ना भोला किश नदर न आवे, मनमुख पाप पचावने आ, पर एक तेरा रंग राते, एक वो आ जिहड़े तेरे रंग विच रंगे हुए आ। जो तुद आप लिव लाए, जिन्हां ते तू किरपा करके वडियाई दिना है,
ਭਾਏ ਭਗਤ ਤੇਰੇ ਮਨ ਪਾਏ। तेरी प्रेमा भगती करते करते तैनू भा जाते हैं, चंगे लग जाते हैं। सतगुर सेवन सदा सुख दाता, वो तैनू सिमरते है, वो सुखां दे दाते सतगुरु। ते तू की करदा फिर? सब इच्छा आप पुजावनिया, उन्हां दियां लोड़ां फिर तू पूरियां करदा जे तैनू हमेशा याद रखदे है। प्रीतम जी कहंदे हर जियो तेरी सदा शरनाई, इयों हरी ਜਿਹੜੇ हमेशा तेरी शरण विच रहिंदे न, आपे बख्शे दे वडियाई। ताकत तो गुरु अमरदास जी ने काम किया, पर वडियाई मानक नूं मिली आ। नागनी मारी बचित्र सिंह ने है, ताकत गुरु गोबिंद सिंह जी की लगी आ, कोई सतनाम सिंह। पर वडियाई बल्ले बल्ले बई बचित्र ने नागनी टपाती हाथी के मत्थे विच दी। ये वडियाई भाई बचित्र सिंह नूं बख्शी आ। किसी ने पूछ लिया मुड़दे हुए बचित्र सिंह नूं, बई कमाल करती आ तां। तवियां नूं चीरदी हुई नागनी मत्थे दे वजदी टपाती। भाई बचित्र सिंह जी बड़ा सुंदर जवाब देंदे है, कहंदे नहीं भलिओ मैं कानूं टपाई है, तां गुरु साहब दा हुक्म चलिया है। उन्होंने इन्ना ही हुक्म किया सीगा कि नागनी मार के हाथी नूं पुट्ठा मोड़ो। जे मैनू कहते भी नागनी के टांके हाथी नूं लिया, तो मैं नागनी उत्ते टांके ले आऊँगा, क्योंकि ताकत तो गुरु साहब की लगनी है ना। सिख नूं तो वडियाई दिती आ, सतगुर नूं अपनी वडियाई भावदी, गुरसिखां की जयकार करावे, अपने प्यारियां की जय जयकार करा दिंदा, काम सारे आपे करदा। जिवें कृष्ण अर्जन नूं कहंदे अर्जन तैनूं शास्त्र चक्कने पैणे आ, ये दुष्ट है, तेरा हक नपदे है, इन्हों मारना पैना, जुल्म टंगा नहीं है। जे जालम नूं ना सोधीए वो वाधा तुरिया जांदा। अर्जन कहना मैं किनू मारा, सारे चाचे तायां दे भूआ मामियां दे मुंडे खड़े आ, मैं लोग कुल घाती कहणगे। कृष्ण कहन लगे ये तेरे नौ नहीं लगना, ये काम तो मेरा ही है, तेरा तो नौ ही बजना। कहो सतनाम। जे तू शास्त्र छड्ड के भज गया तो फिर कहना तेन चंगा कहणगे भी चल जंग तो टल गया। कहणगे गिद्दड़ निकलिया, कमज़ोर निकल गया, जंग छड्ड के भज गया। ये चंगी गल नहीं, शास्त्र चक्कना पैना। वो कहंदा इन्ने लोगों का मैनू पाप लगूगा। कहंदे उत्थे कृष्ण जी ने कोई एक नज़ारा दिखाया, कहंदे ऐ कर तू देख भला इन्हां नूं तू मारना कि मैं मारना, छड्ड तीर किसी सिपाही वाल। कहते उन्हें एक तीर छड्डिया, तो कृष्ण जी ने अपनी उंगल ते घुमा के चक्कर छड्डिया। तीर हजे उहदा राह सीगा ते चक्कर ने पहले सिर वड़ता उहदा। कोई सतनाम। कहते हुण किहने मारिया? कहते तुसीं मारिया। कहते सारी मैं मारनी आ, ये तां तैनूं वडियाई देनी आ। समय समय ते अवतारां ने अपने सिखां नूं वडियाई दित्ती आ। रामचंद्र ने भीलनी नूं वडियाई दित्ती। उत्थों वल जिहड़े सीगे ना गुरु प्यारिओ, जंगलां विच बैठे जिहड़े भजन बंदगी करने वाले ऋषि सीगे, जोगी सी, साधु सी, वो भीलनी नूं नीच जात दी जान के उहदे नाल ईर्खा करदे सीगे। पर वो मस्त सी रब दे रूप दे रंग दे विच। उन्हें आके ना साधुआं ने कुटिया अगे झाड़ू मार जाना, रस्तियां ते फुल खंडियारदी रहना इकट्ठे करके। इधर दी राम जी आउणगे, इधर दी आउणगे, पता नहीं किधर दी आ जाण, रस्ते साफ करते रहना। तो एक दिन फिर दसौंटे मुताबक रामचंद्र पहुँच गए। तो उन्हें पता लगे भी रामचंद्र आ गए। तो ये भी लभदे लभदे कहने सीधे भीलनी दे कोल पहुँच गए। तो भीलनी बड़ी खुश, देखते ही दर्शन सुध की ना सुध रही, बुद्ध की ना बुद्ध रही, ज्ञान में ना ज्ञान रहे, वो भुल गई सब कुछ। इन्नी मस्ती आ जाती है जो कोई रब का प्यारा टक्करदा। हुण मैं की खवावां? बेर पई आ, बेर ही खवा दिंदे आ, किते खट्टे ही ना होण, किते मूँह खराब हो जे। वो पहला दंदी वढ़ के एक वेखदी है, फिर फड़ादी है। कहते रामचंद्र तो खाई गया, लक्ष्मण उत्तों दी ऐ सिੱਟੀ गया। तो सतनाम से वो शंका मन गया भी जूठे कर कर खवाई जाती है। पर कहते रामचंद्र ने वो भावना देखी भी ये देखती है कोई खट्टा ना खाधा जाए, जिहड़ा खराब होंदा सिੱਟ दिंदी है, जिहड़ा ठीक होंदा फड़ा दिंदी है। फिर वो सारे ऋषि इकट्ठे होए तो रामचंद्र नूं कहंदे भी साडा एक सरोवर है पंपासर, ਉਹਦੇ ਵਿੱਚ कीड़े पै गए। महाराज तुसीं तां हुण
अवतार हो, चलो इस मौके दे राजे भी हो तो साडा पंपासर सरोवर ठीक कर दिओ। कहते चलो देख लैने आ। सरोवर ते आ गए, बड़े कीड़े पे है कहते उहदे। ऋषियां नूं कहंदे भी तुसीं इन्नी भगती करदे हो, अपनी भगती का फल दिओ, कीड़ियां की मुक्ति हो जूगी ते तुहाडा पानी साफ हो जाऊगा। कहंदे नहीं जी तुसीं करो। कहंदे मैं तो कुछ नहीं करना, तुसीं ये संकल्प करके अपने पैर धोवो भी असी इन्हां कीड़ियां की मुक्ति वास्ते इन्ना सिमरन दिन्ने आ। अंतम अरदास वेले आपां अरदास भी करते हैं ना, तो अपनी सब की रल के अरदास लगती है उसका भला करने वास्ते। इस तरह ही उन्हां ऋषियां ने कहंदे पैर धोने कीते पर वो कीड़े ना मरे, ना उन्हां चों वो साफ होया पंपा जल सरोवर। ते अखीर कहंदे रामचंद्र नूं कहंदे तुसीं पैर पा के देखो, तुसीं अवतार हो। कहंदे नहीं मेरे पैरों नाल ठीक नहीं होना, कोई होर बंदा वेखो भगती वाला। कहंदे जी होर तां इत्थे कोई बंदा नहीं, कोई बुढ़ी होवे कोई बीबी होवे। कहंदे जी बीबी एक भीलनी आ, वो तो नीच जात दी आ, ਉਹਦੇ पैर पै गए तो पानी साडा पीण दे काम नहीं रहना। कहंदे फिर पानी आई रहूगा, जां तां ईरखा छड्डनी पऊगी, ਇਹ ਤੁਹਾਨੂੰ जात पात चों निकलना पऊगा जे पानी साफ कराउणा। तो फिर मरदा की ना करदा, होर नेड़े पानी का भी स्रोत है नहीं सीगा ते भीलनी नूं सद लिया। भीलनी नूं कहंदे ऐ कर माता इन्हां ऋषियां दा पानी खराब हो गया ते तू अपनी भगती का फल दे दे, कीड़ियां का भला हो जाऊगा, ये मुक्ति हो जू इन्हां दी, मर जाणगे बाहर कढ़ देंगे ते तू जिहड़ा है इहदी भगत इन्हां दा पानी साफ हो जाऊगा। वो कहंदी जी मेरी तो किहड़ी ताकत है, तुसीं देखो। नहीं नहीं माता तेरे च बड़ी ताकत है, जिसनों आप दे वडियाई। कहंदे जिस वेले वो भीलनी ने अपना पैरों च पाया सारे कीड़ियां की मुक्ति हो गई, जल साफ हो गया। उन्हां ऋषियां का हंकार तोड़ना सीगा। तो कहण तो भाव है कि जुग जुग भगत पाया, पैज रखदा आया राम राजे, हरनाकस दुष्टर मारिया प्रहलाद तराया। आपे बख्शे दे वडियाई, जिन्होंने तू वडियाई दिना बख्शिश करके। जमकाल तिस नेड़ न आवे, उन्हां दे नेड़े जमदूत नहीं आ सकते। फिर ऋषियां नूं भी समझाया भी ईरखा नहीं करनी चाहिए, माड़ी जात ना वेखो, छोटी वड्डी जानो जोत ना पूछो, जाति किसी की जात ना परखो। पुराने समय तो दुनिया नूं जात पात विच ही वंड के राज किया संसारी लोगों ने। ईरखालू लोगों ने इस भाड़ दे विच भी 4 जातां बनातियां, खत्तरी ब्राह्मण शूद्र वैश्य आदि बना करके फिर राज किया अपना। ते गुरुआं ने ये जात पात खत्म करके सारियां विच गलवकड़ियां पवाइयां, प्यार पवाया। साच कहो सुन लियो सब है जिन प्रेम कियो ते नहीं प्रभ पाए। तो सतगुरु पातशाह जी कहते जिन्हां ते तू किरपा करदा है उन्हां दे जमदूत भी नेड़े नहीं आ सकते। जम काल तिस नेड़ न आवे, जो हर हर नाम ते आवनिया। जिहड़े हरि का नाम जपदे है सतगुरु पातशाह कहने तू उन्हां नूं वडियाई दिना परमेश्वर, ये तेरी किरपा। अन दिन राते जो हर भाए, जिहड़े प्रेम दे रंग विच रंगे होए आ, अन दिन बिना दिन गिनिया, अन दिन बिना गिनती करे। जिस तरह कोई कहना जी 40 दिन जाके आओ, 40 दिनों में काम हो गया तो फिर तो आउंदे रहांगे, ना होया तो फिर नहीं आउंदे। किसी समय ऋषियां मुनियां ने रब दे प्यारियां ने रीत बनाई सी कि बंदा 35-40 दिन जांदा जांदा उहदा प्यार पै जाऊगा, गुरु घर दे नाल धार्मिक स्थान दे नाल वो जान लग जूगा, उहदा भला हो जू, क्योंकि भला तो परमेश्वर ने जां गुरु ने करना। इस करके पातशाह कहने जिहड़े ते रंग विच रंगे होए आ दिन नहीं गिणदे, अन दिन राते हमेशा रंगे रहंदे आ। अन दिन राते जो हर भाए, मेरे प्रभ मेले मेल मिलाए। उन्हां नूं मेरे मालक ने अपने नाल मेल लिया, अपने नाल ला लिया। कितनियां मैं कहानियां दसां, उदाहरणां देवां। जिस तरह सतगुरु नानक देव जी ने गुरु प्यारिओ जिस वेले अहमदाबाद पहुँचे तो भाई लालो दे घर गए, 25 दिन वो घर का लंगर छकिया। 25 दिन पहला तो 5 दिन दोबारे, 1 महीना रहने का वादा किया सीगा। उन्हां 25 दिनों के दौरान उत्थे एक वजीर है मलक भागो, उन्हें 1 दिन सद्दिया सी बाबे नानक नूं लंगर छकण वास्ते। उस दिन ही गए नहीं,
गए तो फिर दस के आए भी तेरा लंगर लंगर नहीं, लोगों के खून दे विच बनिया होया भोजन है। कहो सतनाम श्री। साखी तुसीं जानदे ही हो, मैं अगे ना जावां। बाबा जी कहंदे जिहड़े तेरे रंग विच रंगे होए न, तू उन्हां नूं अपने नाल मेल लैना है। ते उत्थे फिर ओदियां पूड़ियां ते भाई लालो दी बाजरे दी रोटी, कोह दी रोटी निचोड़ करके वो जो दुध कढ़ के विखाया, वो चो खून कढ़ के विखाया। क्योंकि कहता कहना विखा कित्थे आ खून, सारा देसी घ्यो च बनिया समान है, तो देसी घ्यो आया कित्थों है। मैं तो इन्हां पूरियां चो गरीबां दीयां चीकां सुनदियां जिन्हां तो रिश्वतां लै लैके तू ये देसी घ्यो खरीदिया। फिर समझ आउंदी है लोगों जो पातशाह कुछ माड़ा मोटा करामात दा गोला भी मारदे आ, वो खून कढ़ के विखाता पूड़ियां च। फिर जिन्हां ने खाधा सीगा वो फिर भजे फिरन, ते कई छड्ड के तुर गए विचाले थालियां भी हैं यार। भाव माड़ा अन्न जिहड़ा है वो मन नूं भी खराब करदा, जैसा अन्न वैसा मन। ते पातशाह कहने जिहड़े तेरे भोजन नूं खाणगे उन्हां दे मुड़ के सिमर नहीं चलना, समाधि नहीं लगनी, ध्यान नहीं जुड़ना, नाम नहीं चलना उन्हां दे अंदर। खैर मनोबिरतियां उत्थे कहिए। बाबा फरीद जी कहते फरीदा रुखी सुखी खा के ठंडा पानी पी, वेख पराई चौपड़ी ना दरसाए जी। दसा नौहां की किरत ही तेरे अंदर शांति दे सकती है। पातशाह कहते अन दिन राते जो हर भाए, मेरे प्रभ मेले मेल मिलाए, सदा सदा सच्चे तेरी शरनाई, तू आपे सच बुझावणे आ। ਜਿਹੜੇ हमेशा तेरी शरण विच रहिंदे आ उन्हां नूं एक दिन सच का ज्ञान करवा दिना कि सच है की। जिवें अमरदास जी ने लगातार 12 साल सेवा करके सतगुरु अंगद देव जी तो वो सच की जानकारी लई, तो आपे सच बुझावणे आ। जिन सच जाता से सच समाणे, ते जिन्हां नूं इस गल की समझ आ गई उहदे विच समा गए, वो मुड़ के उस अवस्था नूं छड्डदे नहीं। जिन्हों 10वें पातशाह कहते आ करत तपस्या जब हम भयो दवैते, एक रूप होए गयो चितना भयो हमरो, आवन कै चुभी रही सुरत प्रभ चरणन वै। जिन्होंने अवस्था प्राप्त हो गई वो छड्डदे नहीं। जिन सा जाता से सच समाने, हर गुण गावे सच वखाने। वो हरि दे गुण गाउंदे है, सच का प्रचार भी करते हैं, सच बारे जानकारी भी दिंदे आ होरां नूं भी। जिन्होंने ये ज्ञान हो जाता ना कुदरती गल आ, घरों निकल जाते हैं। काहदे वास्ते दया आउंदी है कि जिहड़ा मैं ज्ञान जानिया ये इन्हां नूं भी पता होवे। कहो कबीर मन मानिया तो हर जानिया। मन मानिया लोग ना भतीजा है, मैं सलाह की इन्हां नूं भी दस दिओ, पर ये कहंदे एवें गप मारदा। मन मानिया लोक ना भतीजा तो क्या कीजा। सो कबीर सतगुर सूर में बाह्या बाण जो एक लागत ही भोए गिर परा, परा कलेजे शेख। ये सिमरन की अवस्था की गल है। गुरु ने ज्ञान का तीर जदों मारिया तो यह लगदियां ही इहदा ध्यान अपने नाल जुड़ गया। जिहदा जुड़ गया हुण उन्हां दी गल करदे आखिरी पदे विच, हर गुण गावे सच वखाणे, नानक नाम रते बैरागी निज घर। ताड़ी लावणिया, ताड़ी की है ध्यान जोड़ के बैठना, सिमरन विच जाना। ताड़ी हुंदी है अपने निज स्वरूप का ध्यान धरना। कई बारी आप इस विषय पर गल करते हैं खुल के, तो जिन्हों नूं ये समझ आ जाती है वो अपने आपे नाल जुड़ते हैं। ना कोई मूर्ति पूजा करते हैं, ना कोई पत्थर पूजा करते हैं, ना किसी बंदे की फोटो की पूजा करते हैं, वो अपने निज स्वरूप नाल जुड़ते हैं। बस इहो ही वड्डी गल है समझण वाली। गुरु किरपा करके जी सानू समझा देवे। जिस तरह कहते आपे कंडा तोल तराजी तेरे अंदर ही है, हरेक दे अंदर है, सबनों अपने आपे का ध्यान धरना चाहिए। आपे कंडा तोल तराजी, आपे तोलनहारा, आपे देखै आपे बूझै, आपे है बनजारा, अंधला नीच जात परदेसी, खिन आवे तिल जावे, ताकि संगत नानक रहिंदा, क्यों कर मूड़ा पावे वो तो नाल रहिंदा, बाहरों भालदा फिरदा, फिर लभू कित्थों। वस्तु होर किते है, लभदा होर किते है। गुरु किरपा करके सानू ज्ञान कराउंदे है कि अपने अंदरों लभो। जिन्हें लभ्या वो मर गए, संसार के हंकार वालों मर गए, विकारां वालों मर गए, उदा नहीं मरे, वो मर के जिउंदे हो गए। अगला शब्द इसे विषय ते है, शब्द मरै सो मूआ जापै। जिहड़े शब्द नाल मरदे हैं वो दुनिया विच फिर
तू करते तू पया मुझ में रहा ना हो कबीर। जब आपा परका मिट गया जब देखो तो तू आए मर जाते आ, विकारां वालों मर जाते हैं। जिमें कई बारी कोई लड़के कहता यार तू मेरे वालों मरिया मैं तेरे वालों मरिया, मरदे तो नहीं होंगे ना। वो भाव अज तो बाद ना तू मेरा ना मैं तेरा। नाम जपण वाले विकारां वालों मर जाते हैं, विकारां वल नहीं झाकदे मुड़ के। पातशाह जी कहते शब्द मरै सो मोआ जापै काल ना चापै। उन्हां दे काल हथ नहीं पा सकता, दुख ना संतापै, उन्होंने दुख संताप नहीं लग सकता। किन्हां नूं? जिन्हां ने ज्योति विच मिल जोत समाणी सुन मन सच समावणिया। जिन्हां दा ज्योति स्वरूप दे नाल जोत रल गई। ज्योति स्वरूप की आ? तुहाडा चेहरा ते जोत की है? अखां दी लाइट। बस इन्हां दोनों नूं इकट्ठे करन दा ढंग होना चाहिए है। गुरु कृपा करे जिन्हां नूं इह समझ आ गई उन्हां दा सिमरन अपने आपे नाल जुड़ के चल पैंदा। गुरु कृपा करन। अगले शब्द की विचार आपां कल नूं सरवण करांगे। बोलदियां ने का अखर बाद काट हो जांदे। सिख संगतां ते सतगुरु बख्शण जोग है, बख्श लेना जी। समाप्ति करिए। बुलाओ फतेह पाओ फतेह। वाहिगुरु जी का खालसा वाहिगुरु जी की फतेह। वाहिगुरु वाहिगुरु वाह।